ਸ੍ਰੀ ਅਰਜਨ ਕੀ ਆਗਿਆ ਲੈ ਕੇ ਧੰਨ ਸਤਿਗੁਰੂ ਸਾਹਿਬ ਮਹਾਰਾਜ ਦੀ ਆਗਿਆ ਪ੍ਰਾਪਤ ਕੀਤੀ ਹੈ। ਗਮਨ ਕੀਨ ਪਗ ਬੰਧਨ ਕਹਿ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਤੇ ਇੱਥੋਂ ਤੁਰ ਪਏ ਹਨ। ਉੱਤਰ ਦਿਸ਼ ਕੋ ਸਨਮੁਖ ਕਰਕੇ ਪਹਾੜ ਉੱਤਰ ਵਾਲੇ ਪਾਸੇ ਹੈ, ਭਾਵ ਉੱਤਰ ਵਾਲੀ ਪਹਾੜ ਵਾਲੇ ਪਾਸੇ ਨੂੰ ਮੂੰਹ ਕਰਕੇ ਇਧਰ ਨੂੰ ਚਾਲਾ ਪਾ ਦਿੱਤਾ ਹੈ। ਜਾਤ ਭਇਓ ਸਤਿਗੁਰੂ ਸਿਮਰ ਤੇ ਕੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਹਿਰਦੇ ਵਿੱਚ ਰੱਖ ਕੇ ਸਿਮਰਦਾ ਯਾਦ ਕਰਦਾ ਹੋਇਆ ਭਾਈ ਕਲਿਆਣਾ ਤੁਰਿਆ ਹੈ। ਸਨੇ ਸਨੇ ਮੰਡੀ ਚਲ ਆਇਓ ਤੋ ਇਸ ਤਰ੍ਹਾਂ ਤੁਰਦੇ ਤੁਰਦੇ ਭਾਈ ਕਲਿਆਣਾ ਜੀ ਮੰਡੀ ਸ਼ਹਿਰ ਆ ਜਿੱਥੇ ਪਹਾੜਾਂ 'ਚ ਇੱਥੇ ਜਾ ਪਹੁੰਚੇ ਹਨ। ਪੁਰੀ ਪ੍ਰਵੇਸ਼ ਹੇਰ ਮਨ ਪਾਇਓ ਜਦੋਂ ਮੰਡੀ ਸ਼ਹਿਰ ਸੋਹਣੀ ਨਗਰੀ ਵਿੱਚ ਵੜ ਕੇ ਨਗਰ ਦੀ ਸ਼ਹਿਰ ਦੀ ਸੁੰਦਰਤਾ ਵੇਖ ਕੇ ਭਾਈ ਕਲਿਆਣਾ ਜੀ ਬਹੁਤ ਪ੍ਰੇਮੀ ਖੁਸ਼ ਹੁੰਦੇ ਆ। ਨਿਜ ਸੁਖ ਪੇਖ ਥਲ ਡੇਰਾ ਤੇ ਕੀਨ ਜਥਾ ਆਪਦਾ ਸੁਖ ਵੇਖਿਆ ਕੋ ਪਾਣੀ ਜਿੱਥੇ ਲਾਗੇ ਹੋਵੇ ਇਸ਼ਨਾਨ ਪਾਣ ਵਾਸਤੇ, ਇਹੋ ਜੀ ਜਗ੍ਹਾ ਵੇਖ ਕੇ ਭਾਈ ਸਾਹਿਬ ਜੀ ਆਪਣਾ ਪੜਾ ਕੀਤਾ, ਡੇਰਾ ਕਰ ਲਿਆ ਹੈ। ਨਿਸਮਹਿ ਕਰ ਬਿਸਰਾਮ ਪ੍ਰਬੀਨ ਇੱਕ ਰਾਤ ਭਾਈ ਸਾਹਿਬ ਜੀ ਰੁਕੇ ਤੇ ਇੱਥੇ ਥਕਾਵਟ ਦੂਰ ਕੀਤੀ ਹੈ। ਇੱਥੇ ਹੀ ਭਾਈ ਸਾਹਿਬ ਜੀਆਂ ਜਿਹੜਾ ਰਾਤ ਬਸੇਰਾ ਕੀਤਾ ਹੈ। ਚਿਤ ਵਹਿ ਚਿਤ ਮਹਿ ਅਨੇਕ ਉਪਾਏ ਤੇ ਰਾਤ ਨੂੰ ਬਰਾਜੇ ਹੋਏ ਮਨ ਵਿੱਚ ਅਨੇਕਾਂ ਉਪਾਅ ਜੇ ਭਾਈ ਸਾਹਿਬ ਜੀ ਚਿਤਵਦੇ ਹਨ। ਕਿਮ ਗੁਰ ਕੋ ਮਾਨਹਿ ਨਰ ਨਾਏ ਵੀ ਕੋਈ ਇਹੋ ਜੀ ਕਿਹੜਾ ਉਦਮ ਕਰਾਂ, ਕੋਈ ਉਪਰਾਲਾ ਕਰਾਂ ਜਿਹਦੇ ਨਾਲ ਇਹ ਪਹਾੜੀ ਜਿੰਨੇ ਸਾਰੇ ਬੁੱਤ ਪੂਜਣ ਵਾਲੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪੂਜਾ ਕਰਨ ਲੱਗ ਪੈਣ, ਸਤਿਗੁਰਾਂ ਦੇ ਸਿੱਖ ਬਣ ਜਾਣ। ਜਿਸ ਤੇ ਅਰਪਹਿ ਦਰਬ ਵਿਸਾਲ ਤੇ ਸਿੱਖ ਬਣ ਕੇ ਫਿਰ ਮਹਾਰਾਜ ਨੂੰ ਖੁੱਲੀ ਮਾਇਆ ਏ ਜਿਹੜੀ ਭੇਟਾ ਕਰਿਆ ਕਰਨ। ਸੁੰਦਰ ਬਨਹਿ ਸੰਪੂਰਨ ਤਾਲ ਤੇ ਸੋਹਣਾ ਤਾਲ ਬਣ ਜਾਵੇ। ਅੰਮ੍ਰਿਤਸਰ ਸਾਹਿਬ ਦਾ ਸੁੰਦਰ ਸਰੋਵਰ ਉਹ ਪੂਰਾ ਹੋ ਜਾਵੇ, ਹਰਿਮੰਦਰ ਸਾਹਿਬ ਦਾ ਸਥਾਨ ਬਣ ਜਾਵੇ। ਕਾਰਜ ਮਹਾ ਹੋਏ ਉਪਕਾਰੂ ਤੇ ਇਹ ਕਾਰਜ ਵੱਡਾ ਹੈ ਤੇ ਬੜੇ ਪਰਉਪਕਾਰ ਵਾਲਾ ਇਹ ਸੁੰਦਰ ਕਾਰਜ ਹੈ। ਮਮ ਆਵਨ ਹੋਏ ਸਫਲ ਉਦਾਰੂ ਤੇ ਜੇ ਇਹੋ ਜਿਹਾ ਕਾਰਜ ਸਿੱਧ ਹੋ ਜਾਵੇ, ਸਿੱਖ ਬਣ ਜਾਵੇ ਰਾਜਾ ਮੰਡੀ ਦਾ ਸਮੇਤ ਆਪਣੀ ਪ੍ਰਜਾ ਦੇ, ਤੇ ਮੇਰਾ ਇੰਨੀ ਦੂਰ ਚੱਲ ਕੇ ਆਇਆ ਹੋਇਆ ਸਫਲਾ ਹੈ। ਕਿਤਕ ਦਿਵਸ ਤਹਿ ਬਸਤ ਬਿਤਾਏ ਇਸ ਤਰ੍ਹਾਂ ਵਿਚਾਰ ਕੇ ਭਾਈ ਕਲਿਆਣਾ ਜੀ ਕਿੰਨੇ ਕੁ ਦਿਨ ਜਿਹੜੇ ਇੱਥੇ ਮੰਡੀ ਸ਼ਹਿਰ ਵਿੱਚ ਰੁਕੇ ਹਨ। ਮਿਲਨ ਭੂਪ ਕੋ ਕਾਤ ਨ ਪਾਏ ਤੇ ਕੋਈ ਮੌਕਾ ਨਹੀਂ ਮਿਲਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਰਾਜੇ ਪਾਸ ਮੱਥੇ ਲੱਗਿਆ ਜਾਵੇ, ਤੋ ਕੋਈ ਕਾਰਨ ਕੋ ਮੌਕਾ ਸਮਾਂ ਨਹੀਂ ਬਣ ਰਿਹਾ ਹੈ। ਜਨਮ ਅਸ਼ਟਮੀ ਕੋ ਦਿਨ ਆਵਾ ਕੁਝ ਦਿਨ ਪਏ ਤੇ ਜਿਹੜੀ ਜਨਮ ਅਸ਼ਟਮੀ ਹੈ ਕ੍ਰਿਸ਼ਨ ਭਗਵਾਨ ਦਾ ਜਨਮ ਮੰਨਿਆ ਜਾਂਦਾ। ਜਨਮ ਅਸ਼ਟਮੀ ਦਾ ਜਦੋਂ ਦਿਨ ਆਇਆ ਹੈ, ਨਗਰ ਸਗਰ ਨਰ ਬਰਤ ਰਖਾਵਾ ਤੇ ਸਾਰਾ ਨਗਰ ਜਿਹੜਾ ਉਹ ਜਨਮ ਅਸ਼ਟਮੀ ਮਨਾਉਂਦਾ ਹੈ, ਮੰਡੀ ਸ਼ਹਿਰ ਰਾਜੇ ਸਮੇਤ, ਤੇ ਬਹੁਤ ਸਾਰੇ ਖੁਸ਼ ਹੋ ਰਹੇ ਆ। ਜਦੋਂ ਆਇਆ ਇਹ ਦਿਨ ਤੇ ਸਾਰਾ ਨਗਰ ਜਿਹੜਾ ਵੈ ਬਹੁਤ ਖੁਸ਼ ਹੁੰਦਾ ਹੈ ਤੇ ਵਰਤ ਰੱਖ ਰਿਹਾ ਹੈ। ਨਿਰਪ ਕੀ ਆਗਿਆ ਪੁਰ ਮਹਿ ਹੋਈ ਤੇ ਸਾਰੇ ਸ਼ਹਿਰ ਦੇ ਵਿੱਚ ਰਾਜੇ ਮੰਡੀ ਵਾਲੇ ਦੀ ਆਗਿਆ ਇਉਂ ਹੋਈ, ਹੁਕਮ ਕਰ ਦਿੱਤਾ ਰਾਜੇ ਨੇ। ਠਾਕਰ ਵਰਤ ਰੱਖੈ ਸਭ ਕੋਈ ਉਹ ਹੁਕਮ ਇਹ ਕੀਤਾ ਵੀ ਜਿੰਨੇ ਵੀ ਸ਼ਹਿਰ ਦੇ ਵਾਸੀ ਹੈ ਸਾਰੇ ਵਰਤ ਰੱਖਣਗੇ। ਤੇ ਠਾਕੁਰ ਜਿਹੜਾ ਉਹ ਸਾਲਗ੍ਰਾਮ ਪੱਥਰ, ਜਿਹਨੂੰ ਉਹ ਗੰਡਕਾ ਨਦੀ ਦੇ ਪੱਥਰ ਕਾਲੇ ਰੰਗ ਦੇ ਹੁੰਦੇ ਉਹਨੂੰ ਸਾਲਗ੍ਰਾਮ ਕਹਿੰਦੇ ਆ। ਤੋ ਜਿਹੜਾ ਸਾਲਗ੍ਰਾਮ ਠਾਕੁਰ ਹੈ ਸਾਰੇ ਹੀ ਸ਼ਹਿਰ ਵਾਲੇ ਦੀ ਪੂਜਾ ਕਰਨਗੇ ਜਿਹੜੇ ਮੇਰੇ ਰਾਜ ਸ਼ਹਿਰ 'ਚ ਰਹਿੰਦੇ ਆ, ਤੇ ਸਭ ਛੋਟੇ ਵੱਡੇ ਸਾਰੇ ਹੀ ਵਰਤ ਰੱਖਣਗੇ। ਪ੍ਰਾਤ ਭਈ ਤੇ ਸਭ ਚੱਲ ਜਾਵਹ ਤੇ ਜਦੋਂ ਦਿਨ ਚੜ੍ਹੇਗਾ ਅੰਮ੍ਰਿਤ ਵੇਲੇ ਸਾਰੇ ਹੀ ਚੱਲ ਆਵਹ ਹੋਊਗਾ। ਕਿੱਥੇ ਆ? ਤੋ ਜਦੋਂ ਸਾਰੇ ਦਿਨ ਚੜ੍ਹੇਗਾ ਤੇ ਸਾਰੇ ਹੀ ਚੱਲ ਕੇ ਜਾਣਗੇ। ਸਾਲਗ੍ਰਾਮ ਦਰਸ ਕੋ ਪਾਵਹ ਕਿੱਥੇ ਜਾਣਗੇ? ਉਹ ਸਾਲਗ੍ਰਾਮ ਜਿੱਥੇ ਮੰਦਿਰ ਹੈ ਸਾਲਗ੍ਰਾਮ ਦਾ, ਠਾਕੁਰ ਦੀ ਪੂਜਾ ਵਾਸਤੇ ਸਾਰੇ ਸ਼ਹਿਰ ਵਾਲੇ ਇਸ ਤਰ੍ਹਾਂ ਪਹਿਲਾਂ ਵਰਤ ਰੱਖਣਗੇ, ਫਿਰ ਅਗਲੇ ਦਿਨ ਤੜਕੇ ਅੰਮ੍ਰਿਤ ਵੇਲੇ ਪੂਜਾ ਵਾਸਤੇ ਸਾਲਗ੍ਰਾਮ ਦੇ ਮੰਦਿਰ ਪਹੁੰਚਣਗੇ। ਚਰਨਾਮ੍ਰਿਤ ਤੇ ਵਰਤ ਉਪਾਰਹ ਤੇ ਇਹ ਵੀ ਸੁਣ ਲਓ ਵੀ ਸਾਰੇ ਜਿਹੜੇ ਉਹ ਵਰਤ ਖੋਲਣਗੇ ਉਹ ਸਾਲਗ੍ਰਾਮ ਠਾਕੁਰ ਦੇ ਚਰਨਾਂ ਦਾ ਅੰਮ੍ਰਿਤ ਜਲ ਚੁਲਾ ਛਕ ਕੇ ਫਿਰ ਆਪਣਾ ਵਰਤ ਖੋਲਣਗੇ। ਕ੍ਰਿਸ਼ਨ ਕ੍ਰਿਸ਼ਨ ਮੁਖ ਨਾਮ ਸੰਭਾਰਹ ਤੇ ਮੁਖੋਂ ਸਾਰਿਆਂ ਨੇ ਹਰੇ ਕ੍ਰਿਸ਼ਨ 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 ਹਰੇ 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 ਕ੍ਰਿਸ਼ਨ ਕ੍ਰਿਸ਼ਨ। ਇਹ ਖੋੜਸਾ ਮੰਤਰ ਜੋ ਹੈ ਇਹ ਸਾਰਾ ਜਿਹੜਾ ਵਾ ਉਹ ਸ਼ਹਿਰ ਜਪੇਗਾ, ਮੁਖੋਂ
ਇਹ ਉਚਾਰਿਆ ਕਰੇਗਾ। ਪੁਰ ਨਰ ਸਭਿਨ ਕਰੀ ਕ੍ਰਿਤ ਤੇ ਸੋਈ। ਇਸ ਤਰ੍ਹਾਂ ਫਿਰ ਜਿਵੇਂ ਰਾਜੇ ਦਾ ਹੁਕਮ ਹੋਇਆ, ਸਾਰੇ ਸ਼ਹਿਰ ਵਾਲੇ ਮਾਈ ਭਾਈ ਸਭ ਨੇ ਵਰਤ ਰੱਖੇ, ਠਾਕੁਰ ਦੀ ਪੂਜਾ ਕੀਤੀ, ਖੋੜਸਾ ਮੰਤਰ ਜਪਿਆ, ਉਵੇਂ ਹੀ ਕੀਤਾ ਹੈ। ਭੋਜਨ ਕਰਤ ਪਇਓ ਨਹਿ ਤੇ ਕੋਈ। ਕਿਸੇ ਨੇ ਵੀ ਭੋਜਨ ਨਾ ਪਕਾਇਆ ਨਾ ਛਕਣਾ ਕੀਤਾ ਹੈ। ਜਾਗਰਣ ਕੀਨ ਜਾਮਨੀ ਸਾਰੀ। ਸਾਰੀ ਰਾਤ ਜਾਗ ਕੇ ਤੇ ਮੰਤਰ ਜਪਦਿਆਂ ਕੱਟੀ ਹੈ। ਉਤਸਵ ਹੋਇਸ ਪੁਰੀ ਮਜਾਰੀ। ਇਸ ਤਰ੍ਹਾਂ ਬੜਾ ਸ਼ਿੰਗਾਰ ਤੇ ਉਤਸਵ ਹੋ ਰਿਹਾ ਹੈ। ਚਾਰੇ ਪਾਸੇ ਜਗਮਗ ਜਗਮਗ ਦੀਵੇ ਜਗਾਏ ਜਾ ਰਹੇ ਹੈ ਤੇ ਸਾਰੇ ਨਗਰ ਮੰਡੀ ਦੇ ਵਿੱਚ ਬਹੁਤ ਜਿਹੜਾ ਉਹ ਉਤਸ਼ਾਹ ਹੋ ਰਿਹਾ, ਉਤਸਵ ਪ੍ਰੋਗਰਾਮ ਉਤਸ਼ਾਹ ਬਣਿਆ ਹੈ। ਪ੍ਰਾਤ ਭਈ ਸਭ ਠਾਕੁਰ ਦੁਆਰੇ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਸਾਰੇ ਮੰਡੀ ਦੇ ਵਾਸੀ ਜਿੰਨੇ ਵੈ ਉਹ ਸਾਰੇ ਠਾਕੁਰ ਦੁਆਰੇ ਪਹੁੰਚੇ, ਮੰਦਰ ਵਿੱਚ ਪਹੁੰਚੇ ਆ। ਚਰਨਾਮ੍ਰਿਤ ਲੈ ਮੁਖ ਮਹਤਾਰੇ। ਤੇ ਸਾਲਗ੍ਰਾਮ ਦੇ ਚਰਨਾਮ੍ਰਿਤ ਤੋਂ ਚੁਲੀਆਂ ਲੈਂਦੇ ਆ ਮੁਖ ਦੇ ਵਿੱਚ। ਜਥਾ ਜੋਗ ਕੀਨਸ ਨਰ ਸਭ ਹੂੰ। ਤੇ ਯਥਾ ਯੋਗ ਸੀ ਸਾਰਿਆਂ ਵਾਸਤੇ, ਉਵੇਂ ਜਿਵੇਂ ਕਿਸੇ ਦਾ ਬਲ ਪਿਆ ਸਭ ਨੇ ਉਸ ਤਰ੍ਹਾਂ ਪੂਜਾ ਕੀਤੀ ਹੈ। ਗੁਰ ਕੇ ਸਿੱਖ ਨ ਮਾਨੀ ਤਬਿਹੂ। ਪਰ ਜਿਹੜਾ ਇਹ ਹੁਣ ਇੱਥੇ ਸ਼ਹਿਰ 'ਚ ਹੀ ਰਹਿ ਰਿਹਾ ਨਾ ਭਾਈ ਕਲਿਆਣਾ ਜੀ, ਆਗਿਆ ਸਾਰੇ ਸ਼ਹਿਰ ਨੂੰ ਵਰਤ ਰੱਖਣ ਦੀ ਹੋਈ ਹੈ, ਪਰ ਭਾਈ ਕਲਿਆਣਾ ਜੀ ਗੁਰੂ ਕੇ ਸਿੱਖ ਹੈ, ਨਾ ਕੋਈ ਵਰਤ ਨਾ ਰੱਖਿਆ ਨਹਿ ਬ੍ਰਤ ਕੀਨ ਨ ਮੰਦਰ ਗਇਓ। ਤੇ ਨਾ ਹੀ ਉਹਨਾਂ ਵਰਤ ਕੋਈ ਰੱਖਿਆ ਤੇ ਨਾ ਹੀ ਮੰਦਰ ਵਿੱਚ ਗਏ ਹਨ। ਨਹਿ ਚਰਨਾਮ੍ਰਿਤ ਧਾਰਨ ਕਇਓ। ਤੇ ਨਾ ਹੀ ਸਾਲਗ੍ਰਾਮ ਦੇ ਚਰਨਾਂ ਦਾ ਅੰਮ੍ਰਿਤ ਜਿਹੜਾ ਛਕਣਾ ਕੀਤਾ, ਚੁਲਾ ਲੈਣਾ ਕੀਤਾ ਵਰਤ ਖੋਲਣ ਵਾਸਤੇ। ਜਾਮ ਜਾਮਨੀ ਕਰਹਿ ਇਸ਼ਨਾਨ। ਤੇ ਜਦੋਂ ਪਹਿਰ ਰਾਤ ਰਹਿ ਗਈ, ਉਹ ਬਸ ਸਿੱਖਾਂ ਵਾਲੀ ਜਿਹੜੀ ਕਿਰਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੈ, ਇਸ਼ਨਾਨ ਕਰੇ ਭਲਕੇ ਪ੍ਰਭਾਤੀ। ਤੋ ਇਸ ਤਰ੍ਹਾਂ ਜਿਹੜਾ ਸਤਿਗੁਰਾਂ ਦਾ ਉਸ ਸਿੱਖ ਨੂੰ ਹੁਕਮ ਹੋਇਆ ਉਹ ਗੁਰੂ ਕਾ ਸਿੱਖ ਹੋਣ ਦੇ ਨਾਤੇ ਭਾਈ ਕਲਿਆਣਾ ਜੀ ਇੱਕ ਪਹਿਰ ਰਹਿੰਦਿਆਂ ਇਸ਼ਨਾਨਪਣ ਕੀਤਾ ਹੈ ਤੇ ਤਿਆਰ ਬਰ ਤਿਆਰ ਹੋ ਬੈਠੇ ਹਨ। ਪਠਹਿ ਗੁਰ ਕੇ ਸ਼ਬਦ ਮਹਾਨ। ਸਤਿਗੁਰਾਂ ਦੀ ਬਾਣੀ ਪੜ੍ਹਦੇ ਅੰਮ੍ਰਿਤ ਵੇਲੇ ਜਪਜੀ ਸਾਹਿਬ, ਆਸਾ ਦੀ ਵਾਰ, ਆਨੰਦ ਸਾਹਿਬ ਆਦਿਕ ਬਾਣੀਆਂ ਪੜ੍ਹੀਆਂ ਹਨ। ਭੋਜਨ ਅਲਪ ਅਚਹਿ ਇੱਕ ਕਾਲ। ਤੇ ਇਹ ਭਾਈ ਕਲਿਆਣਾ ਜੀ ਇੱਕ ਸਮੇਂ ਪ੍ਰਸ਼ਾਦਾ ਛਕਦੇ ਸਨ, ਥੋੜਾ ਹੀ ਪ੍ਰਸ਼ਾਦਾ ਛਕਦੇ ਸਨ, ਭੋਜਨ ਥੋੜਾ ਕਰਿਆ ਕਰਦੇ ਆ। ਸਤਿਗੁਰ ਸਿਮਰਹਿ ਸਰਧਾ ਨਾਲ। ਤੇ ਬੜੀ ਸ਼ਰਧਾ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਸਿਮਰਨ ਕਰਦੇ ਆ। ਨਿਕਟ ਜੇ ਨਰ ਪੇਖ ਕਰ ਤਿਸ ਚਾਲੀ। ਜਿੱਥੇ ਭਾਈ ਕਲਿਆਣਾ ਜੀ ਦਾ ਪੜਾ ਸੀਗਾ, ਇੱਥੇ ਜਿਹੜੇ ਲਾਗੇ ਰਹਿਣ ਵਾਲੇ ਮਨੁੱਖ ਆ ਉਹਨਾਂ ਵੇਖਿਆ ਇਹਦੀ ਮਰਿਆਦਾ ਰਹਿਣ ਬਹਿਣ ਭਾਈ ਸਾਹਿਬ ਦਾ ਵੇਖਿਆ ਵੀ ਇਹਨੇ ਕੋਈ ਵਰਤ ਨਹੀਂ ਰੱਖਿਆ ਤੇ ਉਹੀ ਪ੍ਰਸ਼ਾਦਾ ਛਕਾਈ ਜਾਂਦੇ ਆ, ਚੌਂਕੜਾ ਲਾ ਕੇ ਅੱਖਾਂ ਬੰਦ ਕਰਕੇ ਕੋਈ ਮੰਤਰ ਬਾਣੀ ਹੋਰ ਹੀ ਪੜ੍ਹਦੇ ਆ, ਇਸ਼ਨਾਨ ਕਰਦੇ ਆ ਪੈਰ ਰਹਿੰਦਿਆਂ ਰਾਤ। ਇਸ ਤਰ੍ਹਾਂ ਦੀ ਕਿਰਿਆ ਮੰਡੀ ਦੇ ਲੋਕਾਂ ਨੇ ਜਦੋਂ ਵੇਖੀ ਹੈ, ਬੂਝਿਓ ਬਰਤਨ ਕੀਨ ਸਕਾਲੀ। ਤੇ ਪੁੱਛਣ ਲੱਗਿਆ ਵੀ ਤੂੰ ਕੱਲ ਜਿਹੜਾ ਵਰਤ ਨਹੀਂ ਰੱਖਿਆ ਭਾਈ, ਕੱਲ ਦਾ ਜਿਹੜਾ ਵਰਤ ਚੱਲ ਰਿਹਾ ਇੱਥੇ, ਉਹ ਤੁਸਾਂ ਨੇ ਵਰਤ ਕਿਉਂ ਨਹੀਂ ਰੱਖਿਆ ਹੈ? ਆਜ ਨਾ ਗਮਨਿਓ ਠਾਕੁਰ ਦੁਆਰੇ। ਤੇ ਨਾ ਹੀ ਅੱਜ ਅੰਮ੍ਰਿਤ ਵੇਲੇ ਠਾਕੁਰ ਦੇ ਦੁਆਰੇ ਉਹ ਮੰਦਰ ਵਿੱਚ ਤੈਨੂੰ ਵੇਖਿਆ ਹੈ। ਨਹਿ ਚਰਨਾਮ੍ਰਿਤ ਲੀਨ ਸਕਾਰੇ। ਤੇ ਨਾ ਹੀ ਤੂੰ ਚਰਨਾ ਅੰਮ੍ਰਿਤ ਸਵੇਰੇ ਉਹ ਵਰਤ ਖੋਲਣ ਵਾਸਤੇ ਚੁਲੀਆਂ ਲਈਆਂ ਹਨ। ਸੁਨ ਸਭ ਤੇ ਭਾਈ ਕਲਿਆਣਾ। ਇਸ ਤਰ੍ਹਾਂ ਮੰਡੀ ਦੇ ਲੋਕਾਂ ਸਾਰਿਆਂ ਤੋਂ ਸੁਣ ਕੇ ਭਾਈ ਕਲਿਆਣਾ ਜੀ ਮਧੁਰ ਬਾਕਤ ਨਸਾਕ ਬਖਾਨਾ। ਤੇ ਬੜੇ ਵਿਧੀ ਪੂਰਵਕ ਮਿੱਠੇ ਬਚਨ ਭਾਈ ਕਲਿਆਣਾ ਜੀ ਇਹਨਾਂ ਦੇ ਤਾਈ ਬੋਲ ਰਹੇ ਹਨ। ਪੁਰਖ ਜਾਗਤੋ ਠਾਕੁਰ ਮੇਰੋ। ਕਿ ਭਾਈ ਅਸੀਂ ਪੱਥਰ ਕਿਉਂ ਪੂਜੀਏ, ਸਾਡਾ ਜਿਹੜਾ ਅਕਾਲ ਪੁਰਖ ਪਰਮੇਸ਼ਰ ਹੈ ਉਹ ਜਾਗਦਾ, ਸਤਿਗੁਰ ਜਾਗਤਾ ਹੈ ਦਿਓ। ਪਰਮੇਸ਼ਰ ਜਿਹੜਾ ਨਾ ਸਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਅਸੀਂ ਪੱਥਰ ਨਹੀਂ ਪੂਜਦੇ ਭਾਈ, ਅਸੀਂ ਤਾਂ ਪਰਮੇਸ਼ਰ ਅਕਾਲ ਪੁਰਖ ਨੂੰ ਪੂਜਦੇ ਹਾਂ ਤੇ ਉਹ ਸਦਾ ਹਾਜ਼ਰ ਨਾਜ਼ਰ ਜਾਗਤਾ ਹੈ। ਜੋ ਬੋਲੇ ਸੁਖ ਦੇ ਕਨੇਰੋ। ਤੇ ਜੋ ਵੀ ਉਹਦੇ ਤੋਂ ਮੰਗੀ ਉਹ ਕਨੇਰੇ ਸੁਖ ਦੇਣ ਵਾਲਾ, ਸਭ ਇੱਛਾ ਪੂਰੀਆਂ ਕਰਦਾ ਹੈ। ਪਾਹਣ ਜੜ ਕੀ ਸੇਵਾ ਬਾਦ। ਇਸ ਲਈ ਭਾਈ ਜਿਹੜਾ ਜੜ ਹੈ ਨਾ, ਇਹ ਮੁਰਦਾਰ ਪੱਥਰ ਜਿਹੜਾ ਨਿਰਜੀਵ ਪੱਥਰ ਹੈ, ਇਹਦੀ ਸੇਵਾ ਜਿਹੜੀ ਉਹ ਬਾਦ ਹੈ, ਬਿਅਰਥ ਹੈ, ਕੋਈ ਫਲ ਨਹੀਂ ਦੇਵੇਗੀ। ਖਾਏ ਨਾ ਬੋਲੇ ਨਹਿ ਅਹਲਾਦ। ਕਿਉਂਕਿ ਪੱਥਰ ਨਾ ਤਾਂ ਕੁਝ ਖਾਂਦਾ ਹੈ ਨਾ ਬੋਲਦਾ ਹੈ ਤੇ ਨਾ ਹੀ ਇਹਨੂੰ ਕੋਈ ਆਨੰਦ ਖੁਸ਼ੀ ਹੁੰਦੀ ਹੈ। ਤੁਹਾਨੂੰ ਫਿਰ ਆਨੰਦ ਕਿੱਥੋਂ ਦੇਵੇਗੋ? ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਤੁਮ ਕਬ ਕਬ ਬ੍ਰਤ ਧਾਰਨ ਕਰੋ। ਤੇ ਤੁਸੀਂ ਜਿਹੜੇ ਉਹ ਬਾਕੀ ਵਰਤ ਦੀ ਗੱਲ ਕਰਦੇ ਹੋ,
ਤੁਸੀਂ ਤਾਂ ਵਰਤ ਕਦੇ ਕਦੇ ਰੱਖਣਾ ਕਰਦੇ ਹੋ, ਜਿਵੇਂ ਆ ਜਨਮਾਸ਼ਟਮੀ ਆਈ ਜਾਂ ਹੁਣ ਆਹ ਨਰਾਤੇ ਜੇ ਚੱਲ ਰਹੇ ਹੈ, ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਰਤ ਰੱਖਦੇ ਹੋ ਮਹਾ ਵਿਕਾਰਨ ਕੋ ਪਰਹਰੋ। ਤੇ ਇਹਨਾਂ ਦਿਨਾਂ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਸ਼ੇ ਵਿਕਾਰ ਹੈ ਉਹ ਵਿਸ਼ੇਸ਼ ਦਿਨਾਂ ਕਰਕੇ ਤੁਸੀਂ ਛੱਡਦੇ ਹੋ। ਹਮਰੇ ਗੁਰ ਕੇ ਸਿੱਖ ਹੈ ਜੇਈ। ਪਰ ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਵੱਲੋਂ ਇਹ ਹੁਕਮ ਹੋਇਆ, ਸਿੱਖਿਆ ਹੈ, ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਿੰਨੇ ਸਿੱਖ ਹਨ ਅਲਪ ਆਹਾਰ ਵਰਤ ਨਿਤ ਸੇਈ। ਉਹਨਾਂ ਦਾ ਵਰਤ ਸਦਾ ਹੀ ਚੱਲਦਾ। ਉਹ ਇਹ ਹੈ ਵੀ ਥੋੜਾ ਖਾਂਦੇ ਆ, ਥੋੜਾ ਛਕਦੇ ਆ, ਭਗਤੀ ਬਾਣੀ ਪੜ੍ਹਦੇ ਹਨ। ਕਾਮ ਕ੍ਰੋਧ ਕੋ ਸੰਜਮ ਸਦਾ। ਤੇ ਤੁਸੀਂ ਤਾਂ ਵਿਸ਼ੇਸ਼ ਦਿਨਾਂ ਵਿੱਚ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਦੇ ਜੇ, ਪਰ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੱਖ ਸਦਾ ਹੀ ਇਹਨਾਂ ਤੋਂ ਵਰਤ ਰੱਖਦੇ ਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਟਾਲਾ ਰੱਖਦੇ ਆ, ਵਰਤ ਰੱਖਦੇ ਹਨ ਸਦਾ ਵਾਸਤੇ। ਪ੍ਰਭ ਸਿਮਰਨ ਮੈਂ ਲਾਗਿਓ ਰਿਦਾ। ਤੇ ਜਿਨ੍ਹਾਂ ਸਿੱਖਾਂ ਦਾ ਹਿਰਦਾ ਸਦਾ ਪ੍ਰਭੂ ਪਰਮੇਸ਼ਰ ਦੀ ਭਾਉ ਭਗਤੀ ਵਿੱਚ ਲੱਗਿਆ ਰਹਿੰਦਾ ਹੈ। ਇਤਿਆਦਿਕ ਸੁਨ ਕੈ ਨਰ ਸਾਰੇ। ਇਸ ਤੋਂ ਆਦਿਕ ਹੋਰ ਵੀ ਬਚਨ ਜਦੋਂ ਸੁਣੇ ਆ ਭਾਈ ਕਲਿਆਣਾ ਜੀ ਦੇ ਸਾਰੇ, ਹੱਸਹਿ ਪਰਸ ਪਰ ਤਰਕ ਉਚਾਰੇ। ਤੇ ਹੁਣ ਉਹ ਮੂਰਖ ਲੋਕ ਕੀ ਜਾਣਦੇ ਵੀ ਭਾਈ ਕਲਿਆਣਾ ਜੀ ਦੀ ਕੀ ਅਵਸਥਾ ਹੈ। ਉਹ ਮੰਡੀ ਦੇ ਸਾਰੇ ਲੋਕ ਆਪਸ ਵਿੱਚ ਹੱਸ ਰਹੇ ਆ, ਮਜ਼ਾਕ ਤੇ ਹੁਜਤਾਂ ਕਰਦੇ ਆ। ਇਹ ਮੂਰਖ ਕਛ ਜਾਣੈ ਨਾਹੀ। ਭਾਈ ਕਲਿਆਣਾ ਜੀ ਨੂੰ ਕਹਿੰਦੇ ਮੂਰਖ ਹੈ, ਇਸ ਜਾਣਦਾ ਨਹੀਂਗਾ ਵੀ ਪ੍ਰਭੂ ਪਰਮੇਸ਼ਰ ਦੀ ਭਗਤੀ ਕਰਨੀ ਨਹੀਂ ਜਾਣਦਾ ਹੈ। ਸਾਲ ਗ੍ਰਾਮ ਨਿੰਦ ਕੋ ਪ੍ਰਾਹੀ। ਤੇ ਉਲਟਾ ਸਾਲਗ੍ਰਾਮ ਭਗਵਾਨ ਦੀ ਨਿੰਦਾ ਮੂੰਹੋਂ ਕਰਦਾ ਹੈ। ਪਾਹਣ ਕੇ ਸਮਾਨ ਬਖਾਨ ਹੈ। ਤੇ ਆਪਦੇ ਗੁਰੂ ਨੂੰ ਪੱਥਰ ਦੇ ਭਾਵ ਸਾਡੇ ਜਿਹੜਾ ਵੇ ਉਹ ਪਰਮੇਸ਼ਰ ਸਾਲਗ੍ਰਾਮ ਨੂੰ ਪੱਥਰ ਦੱਸਦਾ ਹੈ। ਸਾਲਗ੍ਰਾਮ ਪ੍ਰਭੂ ਠਾਕੁਰ ਪਰਮੇਸ਼ਰ ਨੂੰ ਇਹ ਕੇਵਲ ਪੱਥਰ ਦੇ ਬਰਾਬਰ ਜਾਣਦਾ ਦੱਸਦਾ ਹੈ। ਨਹਿ ਮਹਿਮਾ ਕੋ ਮਨ ਮਹਿਮਾਨ ਹੈ। ਆਖੇ ਮਹਿਮਾ ਨਹੀਂ ਮੰਨਦਾ ਜਾਣਦਾ ਪਰਮੇਸ਼ਰ ਠਾਕੁਰ ਭਗਵਾਨ ਦੀ। ਬਿਦਤ ਬਾਦਪੁਰ ਮੈਂ ਸਭ ਭਈ ਸਾਰੇ। ਇਹ ਗੱਲ ਜਿਹੜੀ ਭਾਈ ਕਲਿਆਣਾ ਜੀ ਦਾ ਜੋ ਵਿਚਾਰ ਚਰਚਾ ਹੋਈ ਵੀ ਆਖੇ ਉਹ ਪੱਥਰ ਦੱਸਦਾ ਹੈ ਠਾਕੁਰ ਭਗਵਾਨ ਨੂੰ, ਇਹ ਜਿਹੜਾ ਗੱਲਬਾਤ ਹੈ ਨਾ ਉਹ ਸਾਰੇ ਹੀ ਮੰਡੀ ਸ਼ਹਿਰ ਵਿੱਚ ਧੁੰਮ ਗਈ ਛੇਤੀ ਨਾਲ। ਮਹਿਪਾਲਕ ਟਿਕ ਜਾਏ ਉਚਾਰੇ। ਤੇ ਉਹ ਕਿਸੇ ਨੇ ਜਾ ਚੁਗਲੀ ਕਰ ਦਿੱਤੀ ਮੰਡੀ ਦੇ ਰਾਜੇ ਦੇ ਘਰ ਵਿੱਚ। ਇੱਕ ਵਿਦੇਸ਼ੀ ਨਰਪੁਰ ਆਇਓ। ਚੁਗਲ ਜਾ ਕੇ ਆਂਦਾ ਭਾਈ ਰਾਜਨ ਕੋਈ ਇੱਥੇ ਵਿਦੇਸ਼ ਚੋਂ ਪਾਸੇ ਦੇਸ਼ ਦਾ ਕੋਈ ਮਨੁੱਖ ਆਇਆ ਹੋਇਆ ਆਪਣੇ ਸ਼ਹਿਰ ਵਿੱਚ। ਹਿੰਦ ਜਨਮ ਔਰ ਧਰਮ ਨ ਪਾਇਓ। ਵੀ ਵੇਖਣ ਨੂੰ ਭੇਸ ਤਾਂ ਹਿੰਦ ਵਰਗਾ ਹਿੰਦੂਆਂ ਵਰਗਾ ਹੈ ਤੇ ਜਨਮ ਇਹਨੇ ਹਿੰਦੂਆਂ ਦੇ ਘਰ ਵਿੱਚ ਲਿਆ ਲੱਗਦਾ ਹੈ, ਪਰ ਪ੍ਰਭੂ ਦੀ ਠਾਕੁਰ ਭਗਵਾਨ ਦੀ ਪ੍ਰੇਮਾ ਭਗਤੀ ਤੋਂ ਹੀਣਾ ਲੱਗਦਾ ਹੈ। ਸਾਲਗ੍ਰਾਮ ਹੈ ਤਰਕ ਕਰੰਤਾ। ਤੇ ਸਾਲਗ੍ਰਾਮ ਪ੍ਰਭੂ ਪਰਮੇਸ਼ਰ ਤੇ ਤਰਕਾਂ ਕਰਦਾ ਕਿ ਪੱਥਰ ਹੈ, ਪੱਥਰ ਦੱਸਦਾ, ਜੜ ਦੱਸਦਾ ਹੈ। ਕਹਿ ਪਾਥਰ ਬ੍ਰਤ ਨਹੀਂ ਤਰੰਤਾ। ਕਹਿੰਦਾ ਇਹ ਪੱਥਰ ਹੈ ਤੇ ਮੈਂ ਪੱਥਰਾਂ ਵਾਸਤੇ ਵਰਤ ਨਹੀਂ ਰੱਖਦਾ ਹਾਂ। ਗੁਰ ਗੁਰ ਜਪਹਿ ਨ ਮੰਨਹਿ ਆਨ। ਹੋਰ ਕਿਸੇ ਨੂੰ ਮੰਨਦਾ ਨਹੀਂ ਤੇ ਗੁਰੂ ਗੁਰੂ ਆਪਦੇ ਗੁਰੂ ਦੀ ਸੋਭਾ ਹੀ ਗਾਈ ਜਾਂਦਾ ਗਾਉਂਦਾ ਹੈ। ਤੁਮਰੀ ਆਗਿਆ ਤਜੀ ਨ ਕਾਨ। ਇਹ ਰਾਜਨ ਤੁਸਾਂ ਆਖਿਆ ਸੀ ਵੀ ਵਰਤ ਰੱਖਣੇ ਸਾਰਿਆਂ ਸਾਲਗ੍ਰਾਮ ਦੀ ਪੂਜਾ ਖੋੜਸਾ ਮੰਤਰ ਜਨਮਾਸ਼ਟਮੀ ਤੇ ਰੱਖਣੇ ਆ, ਪਰ ਉਹ ਕਲਿਆਣਾ ਨਾਮ ਦੇ ਮਨੁੱਖ ਨੇ ਤੁਹਾਡੀ ਕੋਈ ਵੀ ਕੰਨ ਵਿੱਚ ਨਹੀਂ ਰੱਖੀ, ਕੰਨ ਵਿੱਚ ਆਪ ਤੁਹਾਡੀ ਸਿੱਖਿਆ ਨਹੀਂ ਪਾਈ, ਧਾਰਨ ਨਹੀਂ ਕੀਤੀ ਆ। ਨਿਰਭੈ ਬੋਲਤ ਸਭ ਕੇ ਸਾਥ। ਤੇ ਉਲਟਾ ਨਿੰਦਾ ਕਰਦਾ ਹੈ ਆਪਣੇ ਠਾਕੁਰ ਭਗਵਾਨ ਦੀ, ਸਾਰਿਆਂ ਦੇ ਨਾਲ ਬੋਲਦਾ ਹੈ ਨਿਰਭੈ ਹੋ ਕਰਕੇ, ਡਰ ਤੋਂ ਰਹਿਤ ਹੋ ਕਰਕੇ। ਮਨਹਾ ਮੁਕਤ ਪਾਈ ਇਨ ਹਾਥ। ਤੇ ਇਉਂ ਮਨ ਨੂੰ ਮੁਕਤੀ ਦੀਆਂ ਗੱਲਾਂ ਇਸ ਤਰ੍ਹਾਂ ਕਰਦਾ ਹੈ ਵੀ ਜਿਵੇਂ ਉਸ ਮਨੁੱਖ ਨੇ ਸਿੱਖ ਨੇ ਮੁਕਤੀ ਹੱਥ ਵਿੱਚ ਹੀ ਫੜੀ ਹੁੰਦੀ ਹੈ। ਇਤਿਆਦਿਕ ਨਿਰਪ ਸੁਨ ਕੈ ਕ੍ਰੋਧਾ। ਇਸ ਤੋਂ ਬਾਅਦ ਕੋ ਚੁਗਲ ਦੀਆਂ ਗੱਲਾਂ ਸੁਣੀਆਂ ਜਦੋਂ ਮੰਡੀ ਦੇ ਰਾਜੇ ਨੇ ਤੇ ਬੜਾ ਗੁੱਸੇ ਵਿੱਚ ਆਇਆ ਹੈ। ਕਹਿਓ ਬੁਲਾਵਹ ਕਿਆ ਤਿਸ ਬੁੱਧਾ। ਕਹਿੰਦਾ ਕੀ ਉਹਦਾ ਵੇਖੀਏ ਖਾਂ ਕੀ ਗਿਆਨ ਉਹਨੂੰ ਵੱਡਾ ਕਿੱਡਾ ਕੋ ਗਿਆਨਵਾਨ ਹੈ, ਸਾਡੇ ਪਾਸ ਬੁਲਾਇਆ ਜਾਵੇ। ਕਿਮ ਦੁਰਮਤ ਕੋ ਧਰ ਕਰ ਕਹੈ। ਆ ਕਿਵੇਂ ਖੋਟੀ ਜੀ ਮਤ ਮਨ ਵਿੱਚ ਧਰ ਕੇ ਇੱਥੇ ਵੰਡ ਰਿਹਾ ਵਰਤਾ ਰਿਹਾ ਹੈ। ਬਿਨ ਠਾਕੁਰ ਤਿਹ ਕੋ ਗੁਰ ਅਹੈ। ਤੇ ਕੌਣ ਗੁਰੂ ਹੈ ਇਹਦਾ? ਠਾਕੁਰ ਪਰਮੇਸ਼ਰ ਤੋਂ ਬਿਨਾ ਕਿਹੜਾ ਇਹਨੇ ਗੁਰੂ ਧਾਰਿਆ ਹੋਇਆ ਹੈ। ਇੱਕ ਨਰ ਆਏ ਹਕਾਰਿਓ ਤਾਹੀ। ਉਹਨੇ ਰਾਜੇ ਨੇ ਕੋਈ ਆਪਦਾ ਸੈਨਿਕ ਮਨੁੱਖ ਭੇਜਿਆ,
ਭਾਈ ਕਲਿਆਣਾ ਜੀ ਨੂੰ ਸੱਦਣ ਆਇਆ ਹੈ। ਲੈ ਕਰ ਸੰਗ ਗਇਓ ਨਿਜ ਪਪਾਹੀ। ਤੇ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਰਾਜੇ ਮੰਡੀ ਵਾਲੇ ਦੇ ਮਹਿਲ ਵਿੱਚ ਦਰਬਾਰੀ ਪਹੁੰਚਿਆ ਹੈ। ਕਰ ਬੰਧਨ ਬੈਠਿਓ ਟਿਕ ਜਾਏ। ਤੇ ਇਸ ਤਰ੍ਹਾਂ ਮਨੁੱਖ ਜਿਹੜਾ ਵੈ ਬੰਦਨਾ ਨਮਸਕਾਰ ਕਰਕੇ ਤੇ ਰਾਜੇ ਦੇ ਪਾਸ ਜਾ ਬੈਠਾ ਹੈ। ਜਿਸ ਥਲ ਸਭਾ ਲੋਕ ਸਮੁਦਾਏ। ਜਿੱਥੇ ਸਾਰੀ ਸਭਾ ਹੈ ਉੱਥੇ ਭਾਈ ਕਲਿਆਣਾ ਜੀ ਵੀ ਜਾ ਪਹੁੰਚੇ ਹਨ। ਵੇਖੋ ਮਹਿਪਾਲ ਕਰਿਸ ਕਰ ਕਹੈ। ਤੇ ਵੇਖ ਕੇ ਭਾਈ ਕਲਿਆਣਾ ਜੀ ਨੂੰ ਤੇ ਜਿਹੜਾ ਮੰਡੀ ਵਾਲਾ ਰਾਜਾ ਬੜਾ ਔਖਾ ਹੋਇਆ, ਗੁੱਸੇ ਸਹਿਤ ਬੋਲਿਆ ਹੈ। ਭੂ ਨਰ ਕੌਣ ਦੇਸ਼ ਤੂੰ ਰਹੈ। ਕਹਿੰਦਾ ਉਹ ਭਾਈ ਤੂੰ ਦੱਸ ਕਿਹੜੇ ਦੇਸ਼ ਦਾ ਰਹਿਣ ਵਾਲਾ ਹੈ, ਕਿੱਥੋਂ ਆਇਆ ਹੋਇਆ ਹੈ, ਕਿਸ ਗੁਰ ਨੇ ਤੋ ਕਹੋ ਉਪਦੇਸ਼ਾ। ਤੇ ਕਿਹੜਾ ਗੁਰੂ ਗ੍ਰਹਿਣ ਕੀਤਾ ਹੋਇਆ ਤੂੰ, ਤੇ ਕੀ ਉਹਨੇ ਤੈਨੂੰ ਉਪਦੇਸ਼ ਦਿੱਤਾ ਹੈ, ਭਾਵ ਕਿਹੜਾ ਗੁਰੂ ਨੇ ਕੀ ਉਪਦੇਸ਼ ਤੈਨੂੰ ਦਿੱਤਾ ਹੈ। ਕੌਣ ਧਰਮ ਕੋ ਧਾਰਿਓ ਬੇਸਾ। ਤੇ ਤੇਰਾ ਵੇਸ਼ ਕੀ ਹੈ, ਕਿਹੜਾ ਧਰਮ ਤੂੰ ਧਾਰਨ ਕੀਤਾ ਹੋਇਆ, ਕਿਹੜਾ ਧਰਮ ਧਾਰਿਆ ਹੋਇਆ ਹੈ। ਸੁਣ ਕੇ ਤਬ ਕਲਿਆਣਾ ਪਾਈ। ਰਾਜੇ ਦੇ ਗੁੱਸੇ ਵਾਲੇ ਬਚਨ ਬੋਲੀ ਸੁਣ ਕੇ ਭਾਈ ਕਲਿਆਣਾ ਜੀ ਬੋਲੇ ਐ। ਕਹੀ ਗਾਥ ਨਿਰਪਕੇ ਅਗਵਾਈ। ਤੇ ਨਿਡਰ ਹੋ ਕੇ ਡਰ ਤੋਂ ਰਹਿਤ ਹੋ ਕਰਕੇ ਭਾਈ ਕਲਿਆਣਾ ਜੀ ਇਸ ਰਾਜੇ ਦੇ ਨਾਲ ਇਉਂ ਬੋਲ ਰਹੇ, ਗੋਸ਼ਟ ਵਿਚਾਰ ਕਰ ਰਹੇ ਐ। ਸ਼੍ਰੀ ਨਾਨਕ ਜਗ ਵਿਦਿਤ ਵਿਸਾਲਾ। ਕਹਿੰਦਾ ਰਾਜਨ ਮੇਰੇ ਗੁਰੂ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੇ ਸਾਰੇ ਸੰਸਾਰ ਵਿੱਚ ਪ੍ਰਗਟ ਹੈ, ਸਭ ਸੰਸਾਰ ਜਿਨ੍ਹਾਂ ਨੂੰ ਜਾਣਦਾ ਹੈ। ਤਿੰਨ ਗਾਦੀ ਉਪਰ ਇਸ ਕਾਲਾ। ਤੇ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਗੁਰਿਆਈ ਗੱਦੀ ਤਖਤ ਦੇ ਉੱਪਰ ਜੋ ਐਸ ਸਮੇਂ ਸ਼੍ਰੀ ਗੁਰੂ ਅਰਜਨ ਪੂਰਨ ਹੈ। ਉਹ ਗੁਰੂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਪੂਰੇ ਸੱਚੇ ਪਾਤਸ਼ਾਹ ਸਤਿਗੁਰੂ ਹਨ। ਤਿੰਨ ਕੇ ਸਿੱਖ ਹਮ ਬਾਸ਼ਤ ਲਹੈ। ਤੇ ਮੈਂ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਸਿੱਖ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪੰਜਵੇਂ ਸਰੂਪ ਹੈ, ਉਹੀ ਮੇਰੇ ਗੁਰੂ ਹੈ। ਉਹਨਾਂ ਅੱਗੇ ਜਿਹੜੀ ਮੈਂ ਅਰਦਾਸ ਕਰਦਾ ਉਹ ਪੂਰੀ ਕਰਦੇ ਆ। ਮੂੰਹ ਮੰਗੀਆਂ ਮੁਰਾਦਾਂ ਉਸ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪ੍ਰਾਪਤ ਕਰਦਾ ਹਾਂ। ਦਹਿ ਲੋਕਣ ਸੁਖ ਦੇ ਉਪਦੇਸ਼। ਤੇ ਇਹੋ ਜਿਹਾ ਉਪਦੇਸ਼ ਬਖਸ਼ਦੇ ਆ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਹੜਾ ਦੋ ਲੋਕ ਸਵਾਰ ਦਿੰਦਾ, ਲੋਕ ਸੁਖੀਏ ਪਰਲੋਕ ਸੁਹੇਲੇ ਕਰਨ ਵਾਲਾ ਉਪਦੇਸ਼ ਦਿੰਦੇ ਆ। ਤਿਨ ਕੀ ਬਾਣੀ ਪਠ ਹੈ ਹਮੇਸ਼। ਤੇ ਮੈਂ ਉਹਨਾਂ ਦੀ ਬਾਣੀ ਹਮੇਸ਼ਾ ਪੜ੍ਹਦਾ ਰਹਿੰਦਾ, ਯਾਦ ਕਰਦਾ ਹਾਂ। ਜਾਂ ਤੇ ਹਮ ਪਾਹਣ ਨਹਿ ਮੰਨ ਹੈ। ਇਸ ਕਰਕੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਰਾਜਨ ਮੈਂ ਸਿੱਖ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਪੜ੍ਹਦਾ, ਉਹਨਾਂ ਦੀ ਉਪਦੇਸ਼ ਸਿੱਖਿਆ ਮੰਨਦਾ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾ, ਮੜ੍ਹੇ ਮਸਾਣ ਨਾ ਜਾਈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਾਨੂੰ ਸਿੱਖਿਆ। ਇਸ ਕਰਕੇ ਮੈਂ ਬੁੱਤ ਨਹੀਂ ਪੂਜਦਾ, ਨਾ ਮੈਂ ਪੱਥਰਾਂ ਨੂੰ ਪੂਜਦਾ ਹਾਂ। ਦੇਖ ਹੈ ਸੁਨ ਹੈ ਨਾ ਖਾਏ ਬਖਾਨਾ ਹੈ। ਨਾ ਮੈਂ ਦੇਖ ਭਾਵ ਜਿਹੜਾ ਹੈ ਉਹ ਐਸੀ ਇਹ ਕਹਿ ਰਹੇ ਆ ਵੀ ਅਸੀਂ ਪਾਹਣ ਨਹੀਂ ਪੂਜਦੇ, ਪੱਥਰ ਨਹੀਂ ਪੂਜਦੇ, ਕਿਉਂਕਿ ਨਾ ਤਾਂ ਪੱਥਰ ਵੇਖਦਾ, ਨਾ ਸੁਣਦਾ, ਨਾ ਖਾਂਦਾ ਹੈ। ਕਿਆ ਪ੍ਰਸੰਨ ਹੋਏ ਤਿਸਨੇ ਦੇਨਾ। ਤੇ ਰਾਜਨ ਮੈਂ ਕਹਿਣਾ ਵੀ ਪ੍ਰਸੰਨ ਹੋ ਕੇ ਪੱਥਰ ਕੀ ਦੇਵੇਗਾ, ਜਿਹੜਾ ਨਾ ਖਾਂਦਾ, ਨਾ ਬੋਲਦਾ, ਨਾ ਸੁਣਦਾ ਹੈ। ਤਾਂ ਕੀ ਸੇਵ ਕਰੇ ਕਿਆ ਲੈਣਾ। ਤੇ ਇਹ ਪੱਥਰ ਜਿਹੜਾ ਵਾ ਉਹ ਜੜ ਹੈ, ਤੇ ਨਿਰਜੀਵ ਪੱਥਰ ਦੀ ਸੇਵਾ ਕਰਕੇ ਭਲਾ ਕੀ ਫਲ ਮਿਲ ਜਾਵੇਗਾ। ਜੋ ਸਭ ਜੀਵਨ ਕੋ ਹੈ ਜੀਵ। ਜਿਹੜਾ ਸਾਰਿਆਂ ਜੀਵਾਂ ਦਾ ਜੀਵ ਹੈ, ਭਾਵ ਸਾਰੇ ਜੀਵਾਂ ਵਿੱਚ ਜਿਹੜਾ ਪਰਮੇਸ਼ਰ ਉਹ ਚੇਤਨ ਸੱਤਾ ਧਾਰ ਰਿਹਾ ਹੈ। ਜਿਸ ਅਲੰਬ ਚੇਤਨਤਾ ਥੀ। ਜਾਂ ਸਾਰਿਆਂ ਜੀਵਾਂ ਦਾ ਜੋ ਜੀਵਨ ਹੈ, ਜੀਵਨ ਦੇਣ ਵਾਲਾ ਦਾਤਾ, ਜੀਵਨ ਦਾਤਾ ਪਰਮੇਸ਼ਰ ਹੈ, ਜਿਹਦੇ ਆਸਰੇ ਤੇ ਸਾਰੀ ਚੇਤਨਤਾ ਹੀ ਥਿਰੀ ਹੋਈ ਟਿਕੀ ਹੋਈ ਹੈ। ਰੁੱਖਾਂ ਵਿੱਚ ਹਰਿਆਲੀ, ਫੁੱਲਾਂ ਵਿੱਚ ਮਹਿਕ, ਪ੍ਰਾਣੀ ਵਿੱਚ ਸਵਾਸ, ਸੂਰਜ ਦੀਆਂ ਕਿਰਨਾਂ ਵਿੱਚ ਤਪਸ਼, ਅੱਗ ਵਿੱਚ ਤਪਸ਼, ਪਾਣੀ ਵਿੱਚ ਤਰਲਤਾ, ਇਸ ਤੋਂ ਆਦਿਕ ਜਿਹੜਾ ਸਾਰੇ ਗੁਣ ਜਿਹੜੇ ਉਹੀ ਚੇਤਨਤਾ ਹੀ ਪਰਮੇਸ਼ਰ ਦੀ ਹੈ। ਸਗਰੇ ਜਗ ਕੋ ਜੋ ਨਿਜ ਦਾਤਾ। ਜਿਹੜਾ ਸਾਰੇ ਜਗ ਦਾ ਆਪ ਹੀ ਦਾਤਾ ਪਰਮੇਸ਼ਰ ਹੈ। ਸੋ ਤੁਮਨੇ ਪਾਹਣ ਕਰ ਜਾਤਾ। ਪਰ ਰਾਜਨ ਅਫਸੋਸ ਦੀ ਗੱਲ ਹੈ, ਉਹ ਐਡੇ ਦਾਤੇ ਪਰਮੇਸ਼ਰ ਨੂੰ, ਜਿਹੜਾ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਹੈ, ਉਹਨੂੰ ਤੁਸਾਂ ਨੇ ਕੇਵਲ ਇੱਕ ਪੱਥਰ ਹੀ ਜਾਣਿਆ, ਛੋਟਾ ਜਿਹਾ ਪੱਥਰ ਮਨ ਬਣਾ ਦਿੱਤਾ ਹੈ, ਮੰਨਿਆ ਹੈ। ਜਿਮ ਅਵਨੀ ਸਭ ਕੋ ਸੁਲਤਾਨ। ਤੇ ਫਿਰ ਪ੍ਰਮਾਣ ਦਿੰਦੇ ਭਾਈ ਕਲਿਆਣਾ ਜੀ, ਕਹਿੰਦੇ ਆ ਜਿਵੇਂ ਕੋਈ ਧਰਤੀ ਦਾ ਬੜਾ ਰਾਜਾ, ਚੱਕਰਵਰਤੀ ਬਾਦਸ਼ਾਹ ਹੋਵੇ, ਤਿਸ ਕੋ ਮੂੜ ਕਰ ਹੈ ਸਨਮਾਨ। ਤੇ ਕੋਈ ਮੂਰਖ ਉਹ ਚੱਕਰਵਰਤੀ ਬਾਦਸ਼ਾਹ ਦਾ ਸਨਮਾਨ ਕਰਨ ਵਿੱਚ ਲੱਗ ਜਾਵੇ। ਘਾਸ ਡਸਾਏ ਬਸਾਵਨ ਕੀਆ। ਤੇ ਉਹ ਘਾਹ ਜਾ
ਵੱਢ ਕੇ ਤੋੜ ਕੇ ਪੱਤੇ ਜੇ ਵਿਛਾ ਕੇ ਤੇ ਰਾਜੇ ਨੂੰ ਆਖਿਆ, ਮਹਾਰਾਜ ਤੁਹਾਡੇ ਸਿੰਘਾਸਣ ਤੋਂ ਵੱਡਾ ਸਿੰਘਾਸਣ ਬਣਾਇਆ ਹੈ, ਆਵਹ ਇਹਾਂ ਬੈਠੀ ਹੈ ਮੀਆਂ। ਤੇ ਆਓ ਮੀਆਂ ਜੀ, ਹੈ ਸੁਲਤਾਨ ਬਾਦਸ਼ਾਹ ਜੀ, ਇੱਥੇ ਸਿੰਘਾਸਣ ਤੇ ਬੈਠੋ। ਉਹ ਹੁਣ ਰਾਜੇ ਦਾ ਸਤਿਕਾਰ ਹੈ ਕਿ ਨਿਰਾਦਰ ਹੈ ਵੀ ਵੱਡੇ ਸਿੰਘਾਸਣ ਨੂੰ ਛੱਡ ਕੇ ਰਾਜੇ ਨੂੰ ਆਖਿਆ, ਲਓ ਜੀ ਤੁਹਾਡੇ ਲਈ ਵੱਡਾ ਸਿੰਘਾਸਣ ਸਜਾਇਆ, ਘਾਹ ਰੱਖ ਕੇ ਹੇਠਾਂ ਬਿਠਾਵੇ। ਤੋ ਭਾਈ ਕਲਿਆਣਾ ਜੀ ਕਹਿੰਦੇ, ਉਹ ਪਰਮੇਸ਼ਰ ਤਾਂ ਬੇਅੰਤ ਵੱਡਾ ਹੈ ਤੇ ਤੁਸੀਂ ਉਹਨਾਂ ਨੂੰ ਪੱਥਰ ਬਣਾ ਦਿੱਤਾ, ਛੋਟਾ ਜਿਹਾ ਪੱਥਰ ਦਾ ਟੁਕੜਾ ਕਰਕੇ ਪੂਜ ਰਹੇ ਹੋ। ਤਿਮ ਤੁਮਰੋ ਮਤ ਕਰਹ ਵਿਚਾਰਨ। ਇਹ ਵਿਚਾਰ ਲੋ ਰਾਜਨ, ਤੁਹਾਡਾ ਮਤ ਸਿਧਾਂਤ ਇਹੋ ਜਿਹਾ ਬਣ ਚੁੱਕਾ ਹੈ ਵੀ ਉਹ ਦਿਆਲੂ ਕਿਰਪਾਲੂ ਜਿਹੜਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ, ਉਹ ਪ੍ਰਭੂ ਪਰਮੇਸ਼ਰ ਨੂੰ ਆ ਛੋਟਾ ਜਿਹਾ ਪੱਥਰ ਜਾਣਦੇ ਹੋ। ਤੇ ਪ੍ਰਭ ਕੋ ਪਾਹਨ ਕਰਹ ਉਚਾਰਨ। ਤੇ ਪ੍ਰਭੂ ਪਰਮੇਸ਼ਰ ਨੂੰ ਆ ਪੱਥਰ ਠਾਕੁਰ ਨਾਮ ਉਚਾਰਦੇ ਆ, ਪੱਥਰ ਬਣਾ ਕੇ ਉਚਾਰਦੇ ਹੋ, ਪੜ੍ਹਦੇ ਜਪਦੇ ਹੋ। ਰਹਿਓ ਜੋ ਰਾਮ ਜਲ ਥਲ ਮਹਿਰਾਮ। ਪਰ ਉਹ ਤਾਂ ਰਾਮ ਪ੍ਰਭੂ ਪਰਮੇਸ਼ਰ ਜਿਹੜਾ ਉਹ ਤਾਂ ਜਲ ਥਲ ਵਿੱਚ ਰਮਿਆ ਹੋਇਆ ਹੈ, ਸਾਰਿਆਂ ਜੀਵਾਂ ਵਿੱਚ ਜਿਹੜਾ ਵੈ ਵਸ ਰਿਹਾ ਹੈ। ਇਹ ਤੋ ਉਤ ਦੁਹਿ ਲੋਕਨ ਵਿਸਰਾਮ। ਉਹਦਾ ਤਾਂ ਇਸ ਲੋਕ ਤੇ ਪਰਲੋਕ ਦੋ ਜਿਹੜਾ ਜਹਾਨਾਂ ਵਿੱਚ ਜਿਹੜਾ ਉਹ ਪ੍ਰਭੂ ਪਰਮੇਸ਼ਰ ਦਾ ਟਿਕਾ ਸਥਿਤੀ ਹੈ। ਸਰਬ ਚਰਾਚਰ ਮਹਿ ਰਹਿ ਵਿਆਪੇ। ਜੜ ਜੰਗਮ ਸਾਰਿਆਂ ਜੀਵਾਂ ਵਿੱਚ ਜਿਹੜਾ ਪ੍ਰਭੂ ਪਰਮੇਸ਼ਰ ਹੈ ਉਹ ਆਪ ਹੀ ਰਹਿੰਦਾ ਹੈ। ਪ੍ਰਭੂ ਪਰਮੇਸ਼ਰ ਸਾਰਿਆਂ ਜੜ ਜੰਗਮ ਜੀਵਾਂ ਵਿੱਚ ਵਿਆਪ ਰਿਹਾ ਹੈ। ਤਿੰਨਹ ਕਾਲ ਬਿਖੈ ਥਿਰ ਆਪੇ। ਤੇ ਤਿੰਨ ਕਾਲ ਭੂਤ ਭਵਿੱਖ ਭਵਾਨ ਸਭ ਸਮਿਆਂ ਵਿੱਚ ਪ੍ਰਭੂ ਪਰਮੇਸ਼ਰ ਆਪ ਹੀ ਟਿਕਿਆ ਹੋਇਆ ਹੈ। ਤੀਨ ਲੋਕ ਪਤ ਮਹਿਦ ਮਹਾਨਾ। ਤੇ ਉਹ ਤਿੰਨਾਂ ਲੋਕ ਤਿਰਲੋਕੀ ਦੇ ਪਤੀ ਪਰਮੇਸ਼ਰ ਹੈ, ਉਹ ਤਿਰਲੋਕੀ ਦਾ ਮਾਲਕ ਹੈ ਪ੍ਰਭੂ ਪਰਮੇਸ਼ਰ, ਮਹਾਨ ਹੈ, ਵੱਡਿਆਂ ਤੋਂ ਵੱਡਾ ਹੈ। ਅਪਰਨ ਪਈਅਤ ਜਾਸ ਸਮਾਨਾ। ਤੇ ਜਿਸ ਪ੍ਰਭੂ ਪਰਮੇਸ਼ਰ ਦੇ ਬਰਾਬਰ ਹੋਰ ਨਹੀਂ ਕੋਈ ਜਾਣਿਆ ਜਾਂਦਾ ਹੈ। ਲਾਘ ਪਾਹਨ ਮਹਿ ਕਲਪਹ ਸੋਈ। ਤੇ ਤੁਸੀਂ ਪਤਾ ਨਹੀਂ ਕਿਹੜੀ ਗੱਲੋਂ ਛੋਟੇ ਜਿਹੇ ਪੱਥਰ ਵਿੱਚ ਹੀ ਉਹ ਪਰਮੇਸ਼ਰ ਨੂੰ ਕਲਪਿਆ ਹੋਇਆ ਵੀ ਆ ਪਰਮੇਸ਼ਰ ਹੈ। ਛੋਟੇ ਜਿਹੇ ਪੱਥਰ ਵਿੱਚ ਪਰਮੇਸ਼ਰ ਨੂੰ ਬੰਨਣਾ ਚਾਹੁੰਦੇ ਹੋ, ਇਹ ਤੁਹਾਡੀ ਮਤ ਹੈ। ਪ੍ਰਭ ਪ੍ਰਸੰਨ ਤੁਮ ਪਹਿ ਕਿਮ ਹੋਈ। ਤੇ ਇਹ ਜਾਣੋ ਰਾਜਨ ਵੀ ਐਡਾ ਪਰਮੇਸ਼ਰ ਨੂੰ ਪੱਥਰ ਜਾਣ ਕੇ ਪੂਜੋਗੇ ਤੇ ਪ੍ਰਭੂ ਪਰਮੇਸ਼ਰ ਭਲਾ ਕਿਵੇਂ ਤੁਹਾਡੇ ਤੇ ਪ੍ਰਸੰਨ ਹੋਵੇਗਾ। ਜਾਗਤ ਪੁਰਖ ਸੁ ਗੁਰੂ ਹਮਾਰੋ। ਇਸ ਤਰ੍ਹਾਂ ਫਿਰ ਉਹ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਗੁਰੂ ਰੂਪ ਹੋ ਕਰਕੇ ਸਾਡੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹਨ ਤੇ ਉਹ ਜਾਗਤ ਪੁਰਖ ਹਨ, ਸੱਚੇ ਪਾਤਸ਼ਾਹ ਜੀ ਹੈ। ਸਦਾ ਸਹਾਇਕ ਤਾਹਿ ਵਿਚਾਰੋ। ਤੇ ਵਿਚਾਰ ਲਓ ਵੀ ਜਿੱਥੇ ਸਮਾਂ ਪਵੇ ਉੱਥੇ ਹੀ ਸਹਾਇਤਾ ਕਰਨ ਵਾਲੇ ਆ ਸੱਚੇ ਪਾਤਸ਼ਾਹ, ਰੱਖੇ ਰੱਖਣਹਾਰ ਆਪ ਉਬਾਰੇ ਹਨ। ਤੋ ਉੱਥੇ ਸਮਰੱਥਾ ਰੱਖਣ ਬਚਾਉਣ ਦੀ ਰੱਖਦੇ, ਜਿੱਥੇ ਕੋਈ ਵੀ ਮਾਤਾ ਕਿ ਉਧਰ ਮਹਿ ਪ੍ਰਤਪਾਲ ਕਰੇ। ਇਹੋ ਜਿਹੇ ਸਾਡੇ ਦੀਨਾਂ ਦਿਆਲ ਪ੍ਰਭੂ ਪਰਮੇਸ਼ਰ ਹਨ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਹੜੇ ਸਹਾਇਤਾ ਕਰਦੇ ਲੋਕ ਪਰਲੋਕ ਵਿੱਚ। ਤੋ ਇਸ ਤਰ੍ਹਾਂ ਭਾਈ ਕਲਿਆਣਾ ਜੀਆਂ ਨੇ ਆਪਣਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖੀ ਜਿਹੜੀ ਵੈ ਸਿੱਖੀ ਦਾ ਸਿਧਾਂਤ ਇਹਨਾਂ ਨੂੰ ਜਣਾਇਆ ਵੀ ਅਸੀਂ ਜਿਹੜੇ ਆ ਉਹ ਵਰਤ ਰੱਖਣ ਵਾਲਿਆਂ ਚੋਂ ਨਹੀਂ ਹਾਂ, ਨਾ ਪਾਹਣ ਪੱਥਰ ਪੂਜਦੇ ਹਾਂ। ਉਹ ਇਤਿਹਾਸ ਸਾਡੇ ਹਿਰਦੇ ਵਸੇ, ਪ੍ਰੇਰਨਾ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਇਤਿਹਾਸ ਤੋਂ ਮਿਲੇ, ਅਸੀਂ ਧਾਰਨ ਵੀ ਕਰੀਏ। ਕਿਉਂਕਿ ਹੁਣ ਅਜੋਕੇ ਸਮੇਂ ਵਿੱਚ ਜਿਹੜੇ ਆ ਉਹ ਵਿਸ਼ੇਸ਼ ਵੇਖੀ ਦਾ ਸਿੱਖਾਂ ਦੇ ਪਰਿਵਾਰ ਮਾਈਆਂ ਵਰਤ ਰੱਖਦੀਆਂ ਹਨ। ਤੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਚੱਲ ਰਹੇ ਨਾ ਨਰਾਤੇ, ਤੋ ਉੱਥੇ ਹੁਣ ਵਰਤ ਇੱਥੇ ਵੀ ਕਹਿੰਦੇ ਰੱਖਦੇ ਹੁੰਦੇ ਸੀ, ਅਖੇ ਕਥਾ ਹੁੰਦੀ ਰਹੀ ਵਰਤਾਂ ਦੀ। ਤੋ ਸਾਧ ਸੰਗਤ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਛੋੜੈ ਅੰਨ ਕਰਹਿ ਪਾਖੰਡ, ਨਾ ਉਹ ਸੁਹਾਗਣ ਨਾ ਉਹ ਰੰਡ। ਨਾ ਉਹ ਸੁਹਾਗਣਾ 'ਚ ਆ, ਨਾ ਉਹ ਰੰਡਾਂ ਵਿੱਚ ਆ, ਰੰਡੀਆਂ ਵਿੱਚ ਆ ਜਿਹੜੀ ਪਖੰਡ ਕਰਦੀ ਅੰਨ ਛੱਡਦੀ ਮਾਈ। ਕਿਉਂਕਿ ਜਿਹੜਾ ਵੈ ਉਹ ਪ੍ਰਭੂ ਪਰਮੇਸ਼ਰ ਦੀ ਭਾਵ ਭਗਤੀ, ਵਰਤ ਕਾਹਦਾ ਰੱਖਣਾ ਹੈ, ਵਰਤ ਕਾਮ ਤੋਂ ਰੱਖਣਾ ਹੈ, ਵਰਤ ਨਿੰਦਾ ਤੋਂ ਰੱਖੋ, ਵਰਤ ਚੁਗਲੀ ਤੋਂ ਰੱਖੋ, ਵਰਤ ਜਿਹੜਾ ਹਉਮੈ ਤੋਂ ਰੱਖੋ, ਵਰਤ ਰੱਖਣਾ ਵਿਸ਼ੇ ਵਿਕਾਰਾਂ ਤੋਂ ਰੱਖਣਾ, ਮਨ ਦਾ ਵਰਤ। ਤੇ ਪ੍ਰਭੂ ਪਰਮੇਸ਼ਰ ਦੀ ਬਾਣੀ ਦਾ ਆਸਰਾ ਲੈ ਕਰਕੇ ਆਪਣਾ ਜੀਵਨ ਬਤੀਤ ਕਰਨਾ। ਪਰ ਅਫਸੋਸ ਦੀ ਗੱਲ ਹੈ ਇਹਨਾਂ ਦਿਨਾਂ ਵਿੱਚ ਸਿੱਖਾਂ ਦੇ ਪਰਿਵਾਰ ਜਿਹੜੇ ਆ ਸ਼ਹਿਰਾਂ ਵਿੱਚ ਜ਼ਿਆਦਾ ਹੈ ਕਾਰਜ ਵੇਖਣ ਨੂੰ ਮਿਲਦਾ, ਉਹ ਵਰਤ ਰੱਖੇ ਜਾਂਦੇ ਆ। ਤੋ ਉਹ ਜਿਹੜੇ ਸੀਰੀਅਲ ਆਦਿ ਕੋ ਚੱਲਦੇ ਆ ਨਾ, ਉਸ ਕਰਕੇ ਬੁੱਧੀ ਉਹੋ ਜਿਹੀ ਹੋਈ ਪਈ, ਵੇਖ ਵੇਖ ਕੇ ਉਹ ਮਾਹੌਲ ਵੈਸਾ ਹੀ ਵੀ ਸ਼ਾਇਦ ਸਾਡਾ ਵੀ ਇਹੀ ਸਿਧਾਂਤ ਹੈ। ਪਰ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਘਰ ਦਾ ਕੋਈ ਸਿਧਾਂਤ ਨਹੀਂ, ਨਾ ਕੋਈ ਮੜੀ ਮੰਨਣੀ, ਨਾ ਕੋਈ ਜਿਹੜਾ ਵਾ ਪੱਥਰ ਨੂੰ ਪੂਜਣਾ। ਸਤਿਗੁਰ ਜਾਗਤਾ ਹੈ ਦਿਓ,
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਤ ਜੋਤ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਹੈ। ਤੋ ਉਹ ਭਗਤ ਜੀ ਵੀ ਕਹਿੰਦੇ ਆ ਨਾ ਕਿ ਜੇ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਕਹਿੰਦੇ ਜੇ ਮੂਰਤ ਸੱਚੀ ਹੈ ਤਾਂ ਜਿਹਨੇ ਫਿਰ ਛਾਤੀ ਦੇ ਕੇ ਪਾਓ। ਉਹ ਜਿਹੜੇ ਬੁੱਤ ਬਣਾਉਣ ਵਾਲੇ ਨੇ ਛਾਤੀ ਤੇ ਪੈਰ ਰੱਖ ਕੇ ਘੜਿਆ ਬਣਾਇਆ ਮੂਰਤ ਨੂੰ। ਜੇ ਮੂਰਤ ਸੱਚੀ ਤੇ ਫਿਰ ਜਿਹਨੇ ਛਾਤੀ ਤੇ ਪੈਰ ਰੱਖ ਕੇ ਮੂਰਤੀ ਬਣਾਈ ਸੀ ਨਿਰਜੀਵ, ਫਿਰ ਉਹਨੂੰ ਕਿਉਂ ਨਾ ਖਾਧਾ ਮੂਰਤ ਨੇ ਜੇ ਸੱਚੀ ਹੈ ਤਾਂ। ਤੋ ਇਸ ਤਰ੍ਹਾਂ ਉਹ ਬੇਅੰਤ ਪ੍ਰਮਾਣ ਜਿਹੜੇ ਆ ਉਹ ਇਹ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਜਿਹੜੇ ਆਪ ਡੁੱਬੇ ਹੋਏ ਵਿਚਾਰੇ ਉਹ ਕਿਸੇ ਦਾ ਕੀ ਕਲਿਆਣ ਕਰਨਗੇ, ਕੀ ਤਾਰਨਗੇ। ਸੋ ਇਸ ਕਰਕੇ ਜਿਹੜੇ ਆ ਵਰਤ ਰੱਖਣੇ ਆ ਉਹ ਅੱਜ ਸਬੱਬੋਂ ਹੀ ਮਹਾਰਾਜ ਨੇ ਦਇਆ ਕੀਤੀ, ਪ੍ਰਸੰਗ ਆ ਹੀ ਗਿਆ, ਉਹ ਚੱਲ ਵੀ ਰਹੇ ਆ ਵਰਤ ਨਰਾਤੇ ਆਦਿਕ। ਤੋ ਇਹ ਸਿੱਖਾਂ ਦਾ ਕੋਈ ਕਾਰਜ ਧਰਮ ਜਿਹੜਾ ਵਾ ਸਿਧਾਂਤ ਆਪਣੇ ਗੁਰੂ ਘਰ ਦਰ ਕਰਦਾ ਸਿਧਾਂਤ ਨਹੀਂ ਹੈ। ਕੇਵਲ ਤੇ ਕੇਵਲ ਨਾਮ ਜਪਹੁ ਰੇ ਪ੍ਰਾਨੀ, ਛੋਡਾ ਮਨ ਕੇ ਭਰਮਾ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਦੇ ਭਰਮ ਛੱਡ ਕੇ ਕੇਵਲ ਤੇ ਕੇਵਲ ਨਾਮ ਜਪੋ ਜੀ। ਵਰਤ ਜਿਹੜਾ ਰੱਖਣਾ ਉਹ ਆਪਾਂ ਸੁਣਿਆ ਜਿਵੇਂ ਵਿਸ਼ੇ ਵਿਕਾਰਾਂ ਤੋਂ ਰੱਖੀਏ। ਤੋ ਨਾ ਉਹ ਪੱਥਰ ਦੀ ਗੱਲ ਚੱਲੀ ਆ, ਫਿਰ ਉਹ ਆ ਮੜ ਮਸਾਣ ਜਿਹੜਾ ਪੱਥਰ ਹੀ ਹੈ ਭਾਈ। ਉਹ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਆਪ ਜਿਹੜਾ ਡੁੱਬਿਆ ਹੋਇਆ ਉਹ ਕੀ ਤਾਰੂਗਾ। ਤੋ ਕਾਹੇ ਡਿੰਬ ਕਰਹਿ ਰੇ ਪ੍ਰਾਣੀ, ਡਿੰਬਣ ਮਹਿ ਪਰਮੇਸ਼ਰ ਨਾਹੀ। ਕਉ ਬੁਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਕੂਰ ਕਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦਸਮ ਗ੍ਰੰਥ ਅੰਦਰ ਇਹ ਬਚਨ ਆਖੇ ਹੋਏ ਹੈ। ਤੋ ਇਹ ਪਾਵਨ ਪਵਿੱਤਰ ਸਿੱਖਿਆ ਗੁਰੂ ਦਰ ਘਰ ਦੀ ਜਿਹੜਾ ਸਿਧਾਂਤ ਹੈ ਉਹ ਸਾਡੇ ਹਿਰਦੇ ਵਿੱਚ ਵਸੇ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਕੁਝ ਪ੍ਰਸੰਗ ਅੱਗੇ ਇਹ ਜਿਹੜਾ ਵੈ ਰਾਜੇ ਮੰਡੀ ਵਾਲੇ ਨੇ ਫਿਰ ਜਿਵੇਂ ਇਹਨੂੰ ਸਜ਼ਾ ਦੇਣੀ ਚਾਹੀ, ਭਾਈ ਕਲਿਆਣਾ ਜੀ ਨੂੰ ਕਹਿੰਦੇ ਲੱਤ ਵੱਢੋ ਇਹਦੀ, ਜਿਹੜਾ ਇਸ ਤਰ੍ਹਾਂ ਬਾਤਾਂ ਕਰਦਾ। ਤੋ ਫਿਰ ਜਿਵੇਂ ਉੱਥੇ ਕੌਤਕ ਵਰਤਿਆ ਤੋ ਰਾਜਾ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਬਣਿਆ ਸਮੇਤ ਪ੍ਰਜਾ ਦੇ। ਚੱਲ ਕੇ ਫਿਰ ਉੱਥੋਂ ਮੰਡੀ ਤੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਪਹੁੰਚਾ। ਉਹ ਸਾਰਾ ਪ੍ਰਸੰਗ ਜਥਾ ਆਉਂਦਾ। ਆਪਾਂ ਨਿਤਾ ਪ੍ਰਤੀ ਅੱਗੇ ਵਿਚਾਰਾਂ ਪੜ੍ਹਾਂ ਸੁਣਾਂਗੇ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਲਾਘ ਪਾਹਨ ਮਹਿ ਕਲਪਹ ਸੋਈ, ਪ੍ਰਭ ਪ੍ਰਸੰਨ ਤੁਮ ਪਹਿ ਕਿਮ ਹੋਈ। ਜਾਗਤ ਪੁਰਖੋ ਸੋ ਗੁਰੂ ਹਮਾਰੋ, ਸਦਾ ਸਹਾਇਕ ਤਾਹਿ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।